ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਚੱਲ ਰਹੀ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਅੱਜ ਜੋ ਅਸ਼ਟਪਦੀ ਦੇ ਵਿੱਚੋਂ 2 ਪਦਿਆਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਬਸੰਤ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1187 ਉੱਤੇ ਸੁਭਾਇਮਾਨ ਹੈ। ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਪਦਾ ਦਰ ਪਦਾ ਲੜੀਵਾਰ ਇਹ ਹਰ ਪੈਸੇਜ ਦੇ ਅੰਦਰ ਬੰਦੇ ਦਾ ਮਨ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਕਿਹੜੀਆਂ ਕਿਹੜੀਆਂ ਉਹਦੇ ਉੱਤੇ ਬਿਰਤੀਆਂ ਸਵਾਰ ਹੁੰਦੀਆਂ ਨੇ, ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਦਾ ਕਿਉਂ ਹੈ ਤੇ ਕਿਵੇਂ ਖੁਆਰ ਹੁੰਦਾ ਹੈ, ਉਹਦਾ ਜ਼ਿਕਰ ਕੀਤਾ ਹੈ। ਤੇ ਅੱਜ ਦੇ ਪਦੇ ਦੇ ਅੰਦਰ ਖਾਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਬੰਦੇ ਦਾ ਜਿਹੜਾ ਮਨ ਹੈ ਉਹ ਡੱਡੂ ਦੀ ਤਰ੍ਹਾਂ ਹੈ। ਡੱਡੂ ਦੀ ਤਰ੍ਹਾਂ ਹੋਣ ਕਰਕੇ ਕਈ ਵਾਰੀ ਕਮਲ ਦੇ ਫੁੱਲ ਦੇ ਕੋਲ ਹੀ ਬੈਠਾ ਰਹਿੰਦਾ ਹੈ, ਪਰ ਚਿੱਕੜ ਦੇ ਵਿੱਚ ਫਸਿਆ ਹੋਣ ਕਰਕੇ ਨਾ ਉਹਦੀ ਬਿਊਟੀ ਨੂੰ ਜਾਣ ਸਕਦਾ, ਨਾ ਉਹਦੀ ਮਹਿਕ ਨੂੰ ਮਾਣ ਸਕਦਾ, ਨਾ ਉਹਦੇ ਕੋਲੋਂ ਕੋਈ ਲਾਭ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਦਾ। ਇਸੇ ਤਰ੍ਹਾਂ ਬੰਦਾ ਕਈ ਵਾਰੀ ਧਰਮ ਦੇ ਇੰਸਟੀਟਿਊਸ਼ਨ ਨੂੰ ਬਾਹਰੋਂ ਫਿਜ਼ੀਕਲੀ ਜੁਆਇਨ ਕਰ ਲੈਂਦਾ। ਉਹ ਕਈ ਵਾਰੀ ਜਿਹੜਾ ਧਰਮ ਦੇ ਰਿਚੁਅਲਸ ਕਰਦਾ ਹੈ, ਟ੍ਰੈਡੀਸ਼ਨਸ ਨਿਭਾਉਂਦਾ ਹੈ, ਸੁਪਰਫਿਸ਼ੀਅਲੀ ਉੱਤੋਂ ਧਰਮ ਦੇ ਅਸਥਾਨਾਂ ਤੇ ਹਾਜ਼ਰੀਆਂ ਵੀ ਭਰਦਾ ਦਿਸਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਜਿਹੜੀ ਰੱਬ ਦੀ ਕਸਵੱਟੀ ਹੈ ਨਾ, ਜਿਵੇਂ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਕਬੀਰ ਕਸੋਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਰਾਮ ਕਸੋਟੀ ਸੋ ਸਹੈ ਜੋ ਮਰ ਜੀਵਾ ਹੋਏ। ਕਿਉਂਕਿ ਜੇ ਅਸੀਂ ਫਿਜ਼ੀਕਲੀ ਇੱਥੇ ਬੈਠੇ ਹਾਂ ਨਾ ਗੁਰੂ ਸਾਹਿਬ ਦੀ ਚਰਨਾਂ ਦੇ ਹਜ਼ੂਰੀ ਦੇ ਵਿੱਚ, ਇੱਥੇ ਆ ਕੇ ਬਾਣੀ ਸੁਣਨ ਤੋਂ ਬਾਅਦ ਸਾਡੀ ਰਿਸਪੌਂਸਿਬਿਲਿਟੀ ਵੱਧ ਜਾਂਦੀ, ਕਿਉਂਕਿ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਨੇ। ਅਸੀਂ ਗੁਰੂ ਸਾਹਿਬ ਦੀ ਬਾਣੀ ਦੀ ਟੇਕ ਲੈ ਕੇ ਆਪਣੇ ਔਗਣਾਂ ਦੇ ਉੱਤੇ ਕੰਮ ਕਰਨਾ ਹੁੰਦਾ, ਤੇ ਗੁਰੂ ਸਾਹਿਬ ਜੀ ਸਾਨੂੰ ਵਰਕ ਏਰੀਆ ਸਾਡਾ ਸਮਝਾ ਕੇ ਵੀ ਕਿਹੜੇ ਕਿਹੜੇ ਫੀਲਡ ਦੇ ਵਿੱਚ ਲਾਈਫ ਦੇ ਐਸਪੈਕਟ ਦੇ ਵਿੱਚ ਤੁਸੀਂ ਚੇਂਜਸ ਕਰਕੇ ਗੁਰੂ ਦੇ ਅਨੁਸਾਰੀ ਹੋ ਕੇ ਗੁਰਮਤਿ ਦੀਆਂ, ਧਰਮ ਦੀਆਂ, ਰੱਬ ਦੀ ਬੰਦਗੀ ਦੀਆਂ ਪੌੜੀਆਂ ਚੜ੍ਹਨੀਆਂ ਨੇ। ਇਹ ਗੁਰੂ ਸਾਹਿਬ ਜੀ ਸਾਨੂੰ ਬਾਣੀ ਦੇ ਅੰਦਰ ਡਾਇਰੈਕਸ਼ਨ ਦਿੰਦੇ ਨੇ, ਇੰਸਟਰਕਟ ਕੀਤਾ ਜਾਂਦਾ ਸਾਨੂੰ ਇੱਥੇ। ਤੇ ਹਜ਼ੂਰ ਨੇ ਜ਼ਿਕਰ ਕੀਤਾ ਵੀ ਕਈ ਵਾਰੀ ਇਸ ਕਰਕੇ ਸਾਡੇ ਅੰਦਰ ਨੂੰ ਖੋਲ੍ਹ ਕੇ ਗੁਰੂ ਸਾਹਿਬ ਜੀ ਰੱਖ ਦਿੰਦੇ ਨੇ। ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਖਾਸ ਕਰਕੇ ਬਾਣੀ ਦੇ ਵਿੱਚ ਨਾ, ਤੇ ਹਿਸਟਰੀ ਦੇ ਅੰਦਰ ਵੀ ਧਰਮ ਦੇ ਨਾਂ ਤੇ ਜਿਹੜੇ ਲੋਕ ਪਖੰਡ ਕਰਨ ਵਾਲੇ ਸਨ ਨਾ, ਰੱਬ ਦੇ ਨੇੜੇ ਹੋਣ ਦਾ ਪ੍ਰਟੈਂਡ ਦਾਵਾ ਕਰਦੇ ਸਨ, ਪਰ ਅਸਲ ਦੇ ਵਿੱਚ ਰੱਬ ਦੀ ਭਗਤੀ ਵਾਲੀ ਕੋਈ ਗੱਲ ਨਹੀਂ ਸੀ। ਕੋਈ ਪੀਰ ਹਮਸਾ ਗੌਸ਼ ਵਰਗਾ ਤਪ ਸਾਧ ਰਿਹਾ ਹੈ, ਸਾਧਨਾ ਕਰ ਰਿਹਾ 1 ਮਹੀਨਾ, ਲੋਕ ਕਹਿੰਦੇ ਨੇ ਕੁਝ ਖਾਂਦਾ ਨਹੀਂ, ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਹਉਮੈ ਦੀ ਖੁਰਾਕ ਖਾ ਰਿਹਾ ਅੰਦਰ ਬੈਠਾ। ਕਿਧਰੇ ਕੋਈ ਕਹਿੰਦਾ ਮੈਨੂੰ ਇੰਦਰਪੁਰੀ ਦੇ, ਬ੍ਰਹਮਪੁਰੀ ਦੇ, ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਨੇ, ਤੇ ਗੁਰੂ ਸਾਹਿਬ ਲੋਕਾਂ ਦੇ ਸਾਹਮਣੇ ਉਹਦੇ ਅੱਗੇ ਰੱਖਿਆ ਹੋਇਆ ਲੋਟਾ ਭਾਈ ਮਰਦਾਨਾ ਜੀ ਕੋਲੋਂ ਚੁਕਵਾ ਕੇ ਕਹਿੰਦੇ ਨਹੀਂ, ਇਹਨੂੰ ਕਿਸੇ ਪੁਰੀ ਦੇ ਦਰਸ਼ਨ ਨਹੀਂ ਹੁੰਦੇ, ਇਹ ਤੇ ਐਵੇਂ ਪਖੰਡ ਕਰ ਰਿਹਾ ਵੀ ਅਸਲ ਦੇ ਵਿੱਚ ਮੈਨੂੰ ਮੇਰਾ ਮਨ ਸਵਰਗ ਦੇ ਵਿੱਚ ਪਹੁੰਚ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਕਿਧਰੇ ਸੱਜਣ ਵਰਗੇ ਠੱਗ ਲੋਕਾਂ ਦੇ ਕੋਲ ਜਾਂਦੇ ਨੇ। ਸਾਰੀ ਜ਼ਿੰਦਗੀ ਕਿਧਰੇ ਧਾਰਮਿਕ ਅਸਥਾਨਾਂ, ਭਾਵੇਂ ਉਹ ਮੱਕੇ ਦੀ ਧਰਤੀ ਹੋਵੇ, ਜਗਨਨਾਥਪੁਰੀ ਦੀ ਧਰਤੀ ਹੋਵੇ, ਜਿੱਥੇ ਜਿੱਥੇ ਹਜ਼ੂਰ ਗਏ ਨੇ, ਉੱਥੇ ਤੁਸੀਂ ਵੇਖੋ ਕਿ ਧਰਮ ਦੇ ਨਾਂ ਤੇ ਇੱਕ ਆਡੰਬਰ, ਇੱਕ ਪਖੰਡ ਹੋ ਰਿਹਾ ਸੀ, ਇੱਕ ਕਿਰਿਆ, ਇੱਕ ਰਿਚੁਅਲ, ਇੱਕ ਮਰਿਆਦਾ ਨਿਭਾਈ ਜਾ ਰਹੀ ਸੀ, ਪਰ ਉਹਦੇ ਚੋਂ ਪ੍ਰੈਕਟੀਕਲ ਰਿਜ਼ਲਟ ਦੇ ਤੌਰ ਤੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਸੀ ਨਿਕਲ ਰਿਹਾ। ਇਸ ਕਰਕੇ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ
ਕਿੰਨਾ ਪ੍ਰਗਾੜ ਕਿਸਮ ਦਾ ਨੌਲੇਜ ਹੈ, ਇੰਨਾ ਨੌਲੇਜ, ਇੰਨਾ ਚਾਨਣ ਹੈ ਵੀ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਬਾਣੀ ਪੜ੍ਹ ਕੇ। ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਕਿ ਇਹ ਜਿਹੜਾ ਬੰਦੇ ਦਾ ਮਨ ਹੈ ਨਾ, ਇਹ ਡੱਡੂ ਦੀ ਤਰ੍ਹਾਂ ਹੈ। ਇਹ ਕਈ ਵਾਰ ਰਹਿੰਦਾ ਨੇੜੇ ਵੇ, ਪਰ ਜਦੋਂ ਅਸੀਂ ਵੇਖਦੇ ਹਾਂ ਵੀ ਇਹ ਧਰਮ ਦੀ ਦੁਨੀਆ ਦੇ ਵਿੱਚ ਵੀ ਵਿਚਰਨ ਵਾਲੇ ਲੋਕਾਂ ਨੂੰ ਤੇ ਗੁਰੂ ਸਾਹਿਬ ਜੀ ਕਹਿੰਦੇ ਦਰ ਭ੍ਰਸ਼ਟ ਸਰਾਪੀ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਦਰ ਤੋਂ ਭ੍ਰਸ਼ਟੇ ਗਏ ਨੇ ਤੇ ਜਿਵੇਂ ਸਰਾਪੇ ਗਏ ਹੋਣ, ਤੇ ਨਾਮ ਬਿਨ ਨਾਮ ਦੀ ਜਿਹੜੀ ਵਿਚਾਰਧਾਰਾ ਹੈ, ਨਾਮ ਇਹਨਾਂ ਦੇ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਸਕੇ। ਇਹ ਗੁਰੂ ਸਾਹਿਬ ਜੀ ਨੇ ਵੇਖੋ, ਹੁਣੇ ਵੀ ਤੁਸੀਂ ਸਤਿਕਾਰਯੋਗ ਰਾਗੀ ਸਿੰਘਾਂ ਪਾਸੋਂ ਸ਼ਬਦ ਸਰਵਣ ਕਰ ਰਹੇ ਸੀ ਤੇ ਬਾਬਾ ਕਬੀਰ ਜੀ ਦਾ ਸ਼ਬਦ ਹਰਿ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ। ਨਾ ਤੇ ਰੱਬ ਦਾ ਜਸ ਸੁਣਦੇ ਨੇ। ਇੱਥੇ ਸੁਣਨ ਦਾ ਮਤਲਬ ਇਕੱਲਾ ਕੰਨਾਂ ਨਾਲ ਸੁਣਨਾ ਨਹੀਂ, ਉਸ ਤੋਂ ਅੱਗੇ ਗੱਲ ਕਰਦੇ ਨੇ ਗੁਰੂ ਸਾਹਿਬ ਜੀ, ਸੁਣਿਆ ਦੁੱਖ ਪਾਪ ਕਾ ਨਾਸ਼। ਜਦੋਂ ਸਰੋਤ ਨੂੰ ਸੁਣ ਕੇ ਉਹ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਬੰਦਾ ਹਿੱਸਾ ਬਣਾ ਲੈਂਦਾ। ਨਾ ਹਰ ਗੁਣ ਗਾਵੈ, ਨਾ ਹੀ ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਮਿਊਜ਼ਿਕ ਬਣਾਉਂਦੇ ਨੇ। ਜ਼ਿੰਦਗੀ ਦਾ ਨਗਮਾ ਨਹੀਂ ਬਣਦਾ ਉਹਨਾਂ ਦਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਗਾਏ ਹੋਏ ਗੁਣ ਸੁਪਰਫਿਸ਼ੀਅਲੀ ਬੰਦੇ ਗਾ ਰਹੇ ਨੇ। ਗਾਵੈ ਗੀਤੇ ਚੀਤ ਅਨੀਤੇ, ਅਨੀਤੀ ਬਿਰਤੀ ਦੇ ਨਾਲ ਉਹ ਰੱਬ ਦੀ ਭਗਤੀ ਦਾ ਪ੍ਰਟੈਂਡ ਕਰ ਰਹੇ ਨੇ। ਤੇ ਰਾਗ ਸੁਨਾਏ ਕਹਾਵੈ ਬੀਤੇ, ਇੱਥੇ ਵੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਕੱਲਾ ਅਸਲ ਦੇ ਵਿੱਚ ਅੰਦਰੋਂ ਬਾਹਰੋਂ ਗਾਣ ਦੇ ਨਾਲ ਨਹੀਂ, ਅੰਦਰੋਂ ਸਮਰਪਣ ਦੀ ਗੱਲ ਗੁਰੂ ਸਾਹਿਬ ਬਾਰ ਕਰਦੇ ਨੇ। ਤੇ ਤੁਸੀਂ ਵੇਖੋ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਬਾਬਾ ਫਰੀਦ ਜੀ ਕਹਿੰਦੇ ਨੇ, ਬਾਹਰ ਬੰਦਾ ਭ੍ਰਸ਼ਟਿਆ ਜਾਏ ਨਾ ਤੇ ਅਸਲ ਵਿੱਚ ਧਾਰਮਿਕ ਸਥਾਨ ਤੇ ਆ ਕੇ ਕਿਸੇ ਪੈਗੰਬਰ ਦੇ ਪ੍ਰਭਾਵ ਦੇ ਵਿੱਚ ਵਿਚਰਨਾ ਸ਼ੁਰੂ ਕਰ ਦੇ। ਮਾਨੋ ਬੰਦਾ ਬਾਹਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸ਼ਿਕਾਰ ਹੈ, ਨਸ਼ਿਆਂ 'ਚ ਡਿੱਗਾ, ਬੁਰੀਆਂ ਆਦਤਾਂ ਨੇ। ਤੇ ਗੁਰਦੁਆਰੇ ਅਸੀਂ ਗੁਰੂ ਦੇ ਡਰ ਦੇ ਵਿੱਚ ਆ ਕੇ, ਭੈ ਭਾਵਨੀ ਦੇ ਵਿੱਚ ਆ ਕੇ, ਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਸੁਧਾਰਨ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਈਏ, ਫਿਰ ਸਾਡਾ ਜੀਵਨ ਟੋਟਲੀ ਬਦਲ ਜਾਂਦਾ। ਫਿਰ ਗੁਰੂ ਦੇ ਅੰਦਰ ਸਾਰਾ ਕੁਝ ਸਾਡੇ ਜੀਵਨ ਨੂੰ ਤਬਦੀਲ ਕਰਨ ਦੀ ਸਮਰੱਥਾ। ਪਰ ਜੇ ਬੰਦਾ ਇੱਥੇ ਆ ਕੇ ਬਦਲਣਾ ਨਾ ਚਾਹੇ, ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗਈ ਜੋ ਬਾਂਸ ਬਜਾਈਆ ਫੂਕ। ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਫਿਰ ਬੰਦਾ ਧਰਮ ਦੀ ਦੁਨੀਆ ਦੇ ਵਿੱਚ ਆ ਕੇ ਜਿਹੜਾ ਭ੍ਰਸ਼ਟ ਹੁੰਦਾ ਹੈ ਨਾ, ਉਹ ਜ਼ਿਆਦਾ ਡੇਂਜਰਸ ਹੋ ਜਾਂਦਾ। ਉਹ ਕਹਿੰਦੇ ਨੇ ਤੱਤੀ ਤੋਏ ਨਾ ਪੱਲਵੈ। ਤੱਤੀ ਦਾ ਮਤਲਬ ਹੈ ਜਿਹੜਾ ਅਸਲ ਦੇ ਵਿੱਚ ਪਾਣੀ ਦੇ ਵਿੱਚ ਸੜੀ ਹੋਈ ਖੇਤੀ ਹੈ। ਤੋਏ ਦਾ ਮਤਲਬ ਪਾਣੀ ਦੇ ਵਿੱਚ ਸੜੀ ਹੋਈ ਖੇਤੀ। ਕੋਈ ਪਲਾਂਟ ਹੈ, ਜ਼ਿਆਦਾ ਪਾਣੀ ਆਉਣ ਦੇ ਨਾਲ ਉਹ ਮਾਰਿਆ ਗਿਆ, ਸੜ ਗਿਆ। ਜੇ ਜਲ ਟੁੱਬੀ ਦੇ, ਜੇ ਤੇ ਪਾਣੀ ਤੋਂ ਬਿਨਾਂ ਉਹ ਕਿਧਰੇ ਸੁੱਕ ਜਾਏ ਕੋਈ ਵੀ ਬੂਟਾ, ਤੇ ਤੁਸੀਂ ਪਾਣੀ ਦੇ ਕੇ ਉਹਨੂੰ ਹਰਿਆ ਕਰ ਲੋਗੇ ਵੀ ਪਾਣੀ ਤੋਂ ਬਿਨਾਂ ਸੁੱਕਿਆ। ਪਰ ਲਗਾਤਾਰ ਪਾਣੀ ਦੇ ਵਿੱਚ ਹੀ ਮਾਰਿਆ ਜਾਏ, ਸੜ ਜਾਏ, ਫਿਰ ਤੁਸੀਂ ਪਾਣੀ ਦੇ ਕੇ ਹਰਿਆ ਨਹੀਂ ਕਰ ਸਕਦੇ। ਫਰੀਦਾ ਜੋ ਦੁਹਾਗਣ ਰੱਬ ਦੀ ਚੂਰੇਂਦੀ ਚੁਰੇ। ਜੇ ਬਾਹਰ ਬੰਦਾ ਕਈ ਵਾਰੀ ਅਪਰਾਧ ਕਰੇ, ਪਾਪ ਕਰੇ, ਗੁਨਾਹ ਕਰੇ, ਮਨ ਦੀ ਸੋਚ ਔਰ ਐਕਸ਼ਨ ਮਾੜੇ ਹੋਣ, ਤੇ ਧਰਮ ਨੂੰ ਜੁਆਇਨ ਕਰਕੇ ਉਹ ਸੁਧਰ ਸਕਦਾ ਹੈ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਪਰ ਇੱਥੇ ਆ ਕੇ ਬੰਦਾ ਰੱਬ ਤੋਂ ਡਰੇ ਨਾ, ਗੁਰੂ ਦੀ ਕੋਈ ਪਰਵਾਹ ਨਾ ਕਰੇ ਜ਼ਿੰਦਗੀ ਦੇ ਅੰਦਰ, ਜਿਹੜਾ ਇੱਥੇ ਆ ਕੇ ਵੱਡਾ ਗੁਨਾਹਗਾਰ ਬਣ ਜਾਏ ਨਾ, ਉਹਦੇ ਫਿਰ ਬਚਣ ਦਾ ਕੋਈ ਸਾਧਨ ਨਹੀਂ ਹੁੰਦਾ। ਦੋ ਤਿੰਨ ਹੋਰ ਐਗਜ਼ਾਮਪਲ ਤੁਹਾਡੇ ਸਾਹਮਣੇ। ਇਤਿਹਾਸ ਦੇ ਵਿੱਚੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਵਾਰੀ ਸਿੱਖਾਂ ਨੇ ਫਰਿਆਦ ਕੀਤੀ ਕਿ ਹਜ਼ੂਰ, ਕਈ ਵਾਰੀ ਤੁਹਾਡੇ ਚਰਨਾਂ ਦੇ ਵਿੱਚ ਵਿਚਰਦੇ ਬਾਣੀ ਵੀ ਪੜ੍ਹੀ ਦੀ ਹੈ, ਪਾਠ ਕਰੀਦਾ ਹੈ, ਸਿਮਰਨ ਕਰੀਦਾ ਹੈ, ਪਰ ਫਿਰ ਵੀ ਵਿਕਾਰ ਜਿਹੜੇ ਨੇ ਅੰਦਰ ਦੀਆਂ ਬਿਰਤੀਆਂ ਖਹਿੜਾ ਨਹੀਂ ਛੱਡਦੀਆਂ। ਪਰਸਨੈਲਿਟੀ ਸਾਰਿਆਂ ਦੀ ਚੇਂਜ ਨਹੀਂ ਹੁੰਦੀ। ਕੁਝ ਬੰਦਿਆਂ ਦੀ ਜਿਹੜੇ ਸਮਰਪਣ ਦਿਖਾਉਂਦੇ ਨੇ ਉਹਨਾਂ ਦੀ ਤੇ ਚੇਂਜ ਹੋ ਜਾਂਦੀ ਹੈ, ਪਰ ਜਿਹੜੇ
ਉਹਨਾਂ ਦਾ ਰਿਜ਼ਲਟ ਬੜਾ ਘੱਟ ਨਿਕਲਦਾ। ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਕੋਟ ਮੱਧੇ ਕੋ ਵਿਰਲਾ ਸੇਵਕ, ਵੀ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਬੰਦਾ, ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜੇ ਚੀਤ, ਵੀ ਜਿਹਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਜੁੜਿਆ। ਉਹਦਾ ਕਾਰਨ ਹੈ ਬਾਹਰੋਂ ਸਮਾਜ ਨੇ ਕਾਨੂੰਨ ਬਣਾਏ ਨੇ, ਜੇ ਅਸੀਂ ਤੋੜੀਏ ਤੇ ਸਮਾਜ ਸਾਡੀ ਆਲੋਚਨਾ ਕਰਦਾ, ਬਦਨਾਮੀ ਦੇ ਡਰ ਤੋਂ ਬੰਦਾ ਸਮਾਜ ਦੇ ਕਾਨੂੰਨਾਂ ਨੂੰ ਕਿਸੇ ਹੱਦ ਤੱਕ ਫੋਲੋ ਕਰ ਲੈਂਦਾ। ਬਾਹਰੋਂ ਪੋਲਿਟੀ ਦੇ ਜਾਂ ਕਾਨੂੰਨ ਹੈ ਜਿਹੜੇ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਬੰਦਾ ਕੋਈ ਕਾਨੂੰਨ ਤੋਂ ਬਾਹਰ ਹੀ ਕੰਮ ਕਰੇ, ਉਹਦੇ ਤੇ ਮੁਕੱਦਮਾ ਚੱਲਣ ਦਾ, ਉਹਨੂੰ ਜੇਲ੍ਹ ਜਾਣ ਦਾ ਡਰ। ਤੇ ਅਸਲ ਦੇ ਵਿੱਚ ਕਈ ਵਾਰੀ ਬੰਦਾ ਜਿਹੜਾ ਆਮ ਹਾਲਤਾਂ ਦੇ ਵਿੱਚ ਕੰਟਰੋਲ ਜਿਹੜਾ ਹੁੰਦਾ ਹੈ, ਪਰ ਜਿਹੜਾ ਰੱਬ ਦੇ ਵਿਸ਼ਵਾਸ ਦੇ ਵਿੱਚ ਬਦਲਣਾ ਹੈ ਨਾ, ਗੁਰਦੁਆਰੇ ਆ ਕੇ ਸਾਨੂੰ ਕੋਈ ਧੱਕੇ ਨਾਲ ਨਹੀਂ ਝੁਕਾਉਂਦਾ। ਅਸੀਂ ਆਪਣੇ ਆਪ ਨੂੰ ਆਪ ਸਮਰਪਿਤ ਕਰਦੇ ਹਾਂ, ਮੱਥਾ ਟੇਕਦੇ ਹਾਂ, ਆਪ ਪਰਿਕਰਮਾ ਕਰਕੇ ਗੁਰੂ ਤੋਂ ਬਲਹਾਰ ਜਾਣ ਦੀ ਆਪਣੇ ਮਨ ਦੇ ਅੰਦਰ ਭਾਵਨਾ ਰੱਖਦੇ ਹਾਂ। ਕਹਿਣ ਤੋਂ ਮੁਰਾਦ ਸੈਲਫ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਆਉਣਾ ਹੁੰਦਾ ਬੰਦੇ ਨੇ, ਵੀ ਅੰਦਰੋਂ ਰੱਬ ਦਾ ਵਿਸ਼ਵਾਸ ਗਿਆਨ ਲੈਣਾ, ਉਸ ਪੱਧਰ ਤੇ ਪਵਿੱਤਰ ਹੋਣਾ ਜਦੋਂ ਕੋਈ ਸਮਾਜ ਨਹੀਂ ਵੇਖ ਰਿਹਾ, ਕੋਈ ਕਾਨੂੰਨ ਦਾ ਡਰ ਨਹੀਂ, ਤੇ ਫਿਰ ਵੀ ਬਿਲਕੁਲ 100% ਪਿਓਰ ਹੋ ਕੇ ਵਿਚਰਨਾ। ਉਸ ਲੈਵਲ ਦੇ ਉੱਤੇ ਹਰ ਕੋਈ ਨਹੀਂ ਆ ਪਾਉਂਦਾ। ਇਸ ਕਰਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ, ਦਾਤਾ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਚਰਨਾਂ ਦੇ ਵਿੱਚ ਵੀ ਹੁੰਦੇ ਨੇ, ਅਸੀਂ ਵੀ ਬਾਣੀ ਪੜ੍ਹਨੇ ਆ, ਪਰ ਮਨ ਦੇ ਵਿੱਚ ਫਿਰ ਵੀ ਵਾਸ਼ਨਾਵਾਂ ਰਹਿੰਦੀਆਂ, ਵਿਕਾਰ ਜਿਹੜੇ ਰਹਿੰਦੇ ਨੇ। ਤੇ ਇਹ ਅਸਰ ਕਿਉਂ ਨਹੀਂ ਬਾਣੀ ਤੇ ਦਾ ਅਸਰ ਸਾਡੇ ਤੇ ਕਿਉਂ ਨਹੀਂ ਹੁੰਦਾ? ਤੇ ਹਜ਼ੂਰ ਕਹਿੰਦੇ ਨੇ ਇਹਦਾ ਜਵਾਬ ਦੇਵਾਂਗੇ ਕੁਝ ਸਮੇਂ ਬਾਅਦ। ਔਰ ਗੁਰੂ ਸਾਹਿਬ ਜੀ ਦਾ ਬੜਾ ਕਮਾਲ ਦਾ ਢੰਗ ਸੀ, ਕਈ ਵਾਰੀ ਇਹੋ ਜਿਹਾ ਨਾਟਕੀ ਢੰਗ ਸੀ ਵੀ ਉਹ ਘਟਨਾ ਇਹੋ ਜਿਹੀ ਵਰਤਾ ਦਿੰਦੇ ਨੇ ਹਜ਼ੂਰ, ਵੀ ਸਾਰੀ ਜ਼ਿੰਦਗੀ ਜਨਰੇਸ਼ਨ ਟੂ ਜਨਰੇਸ਼ਨ ਸਿੱਖਾਂ ਨੂੰ ਯਾਦ ਰਹੇ, ਭੁੱਲੇ ਨਾ ਉਹ ਗੱਲ। ਤੇ ਸ਼ਾਮ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਵੀ ਥੋੜਾ ਜਿਹਾ ਭੰਗ ਲੈ ਕੇ ਆਓ, ਜਿਹੜਾ ਮਹਿਰੂਆਨਾ, ਤੇ ਉਹਨੂੰ ਘੋਟ ਕੇ ਨਾ ਸਿੱਖਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਅੰਦਰ ਨਹੀਂ ਜਾਣ ਦੇਣਾ, ਤੇ ਇਹਦੀਆਂ ਕਰੂਲੀਆਂ ਕਰਨੀਆਂ ਸ਼ੁਰੂ ਕਰਨੀਆਂ ਮੂੰਹ ਦੇ ਵਿੱਚ ਰੱਖ ਕੇ। ਕੁਝ ਸਮਾਂ ਉਹਨਾਂ ਨੇ ਕੀਤਾ, ਤੇ ਗੁਰੂ ਸਾਹਿਬ ਜੀ ਕੁਝ ਸਮੇਂ ਬਾਅਦ ਪੁੱਛਦੇ ਨੇ ਵੀ ਸਿੱਖੋ ਤੁਹਾਨੂੰ ਨਸ਼ਾ ਤਾਂ ਨਹੀਂ ਹੋਇਆ, ਕੋਈ ਜਿਹੜਾ ਕੋਈ ਫਰਕ ਤਾਂ ਨਹੀਂ ਪਿਆ? ਕਹਿਣ ਲੱਗੇ ਫਰਕ ਕੀ ਪੈਣਾ ਸੀ, ਤੁਸੀਂ ਹੁਕਮ ਕੀਤਾ ਵੀ ਅੰਦਰ ਨਹੀਂ ਜਾਣ ਦੇਣਾ। ਕਹਿਣ ਲੱਗੇ ਸੇਮ ਇਸੇ ਤਰ੍ਹਾਂ ਕਈ ਵਾਰੀ ਬਾਣੀ ਅਸੀਂ ਜ਼ੁਬਾਨ ਦੇ ਨਾਲ ਪੜ੍ਹਨੇ ਆ, ਵੇਦ ਪੜਾ ਮੁਖ ਮੀਠੀ ਬਾਣੀ, ਜੀਆਂ ਕਹਤ ਨਾ ਸੰਗਾ ਪ੍ਰਾਣੀ, ਅੰਦਰੋਂ ਜਿਹੜਾ ਅਸਲ ਦੇ ਵਿੱਚ ਬਿਰਤੀ ਨਹੀਂ ਛੱਡਦੇ। ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਨਾ, ਕਈ ਵਾਰੀ ਅਸੀਂ ਕਿੰਨੇ ਬੱਚੇ ਨਹੀਂ ਜੁੜਦੇ। ਇੱਥੇ 2-3 ਦਿਨ ਪਹਿਲਾਂ ਇੱਕ ਨੌਜਵਾਨ ਨਾਲ ਗੱਲਬਾਤ ਹੋਈ, ਤੇ ਗੁਰਮਤ ਦੇ ਪ੍ਰਤੀ ਬੜੀ ਸ਼ਰਧਾ ਸੀ ਉਹਨਾਂ ਦੇ ਅੰਦਰ, ਤੇ ਗੁਰਬਾਣੀ ਦੇ ਮੁਤਾਬਕ ਕਹਿਣ ਲੱਗੇ ਮੈਂ ਹੁਣ ਪੜ੍ਹਨਾ ਸ਼ੁਰੂ ਕੀਤਾ, ਕੋਸ਼ਿਸ਼ ਕੀਤੀ ਵੀ ਬਾਣੀ ਦੇ ਮੁਤਾਬਕ ਆਪ ਵੀ ਜੀਵਨ ਗੁਜ਼ਾਰਨਾ, ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ। ਪਰ ਮੇਰੇ ਮਨ ਦੇ ਅੰਦਰ ਇੱਕ ਸਵਾਲ ਸੀ, ਕਹਿੰਦਾ ਲੱਗਾ ਕਈ ਸਾਲਾਂ ਤੋਂ ਅਸਲ ਦੇ ਵਿੱਚ ਨਾ ਮੈਨੂੰ ਜਿਹਨੇ ਇੱਕ ਪੱਖੋਂ ਰੱਬ ਤੋਂ ਥੋੜ੍ਹਾ ਜਿਹਾ ਦੂਰ ਕਰਕੇ ਰੱਖਿਆ। ਉਹ ਕਹਿਣ ਲੱਗੇ ਇਹ ਸੀ ਵੀ ਮੇਰੇ ਮਾਤਾ ਪਿਤਾ ਬਾਣੀ ਪੜ੍ਹਦੇ ਨੇ, ਸ਼ਰਧਾ ਭਾਵਨਾ ਉਹਨਾਂ ਦੇ ਵਿੱਚ ਬਹੁਤ ਹੈ, ਪਰ ਜਦੋਂ ਘਰ ਦੇ ਵਿੱਚ ਗੱਲਬਾਤ ਕਰਦੇ ਨੇ ਨਾ, ਉਹਨਾਂ ਦੇ ਬੋਲਾਂ ਦੇ ਵਿੱਚ ਬੜੀ ਫਰਸਟ੍ਰੇਸ਼ਨ ਤੇ ਬੜੀ ਕੁੜੱਤਣ, ਕਈ ਵਾਰੀ ਬੜੀ ਐਂਜ਼ਾਈਟੀ, ਚਿੰਤਾ, ਘਰ ਦਾ ਮਾਹੌਲ ਠੀਕ ਨਾ ਹੋਣਾ, ਉਹ ਅਸਲ ਦੇ ਵਿੱਚ ਮੈਨੂੰ ਬੜਾ ਮਹਿਸੂਸ ਹੁੰਦਾ ਸੀ ਵੀ ਜੇ ਬਾਣੀ ਅਸਰ ਕਰਦੀ ਤੇ ਇਹਨਾਂ ਤੇ ਕਿਉਂ ਨਹੀਂ ਕਰਦੀ। ਹਾਲਾਂਕਿ ਕਹਿੰਦੇ ਮੈਨੂੰ ਹੁਣ ਮੈਚਿਓਰ ਹੋਣ ਤੋਂ ਬਾਅਦ ਪਤਾ ਲੱਗਦਾ ਵੀ ਬੰਦਾ ਕਈ ਵਾਰੀ ਗਿਆਨ ਦੇ ਪ੍ਰਭਾਵ ਨੂੰ ਨਹੀਂ ਕਬੂਲਦਾ ਹੁੰਦਾ। ਕਈ ਵਾਰੀ ਰੀਅਲੀ ਅਸੀਂ ਸੋਚ ਰਹੇ ਹੁੰਦੇ ਆ ਵੀ ਅਸੀਂ ਧਰਮ ਦੇ ਕਰਮ ਕਰ ਲੈਂਦੇ ਆ, ਜਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ, ਜਾਂ ਕੁਝ ਸਮਾਂ ਬਾਣੀ ਪੜ੍ਹ ਲਈ, ਉਦੋਂ ਸਾਡੀ ਡਬਲ ਡਿਊਟੀ ਬਣ ਜਾਂਦੀ ਆਪਣੇ ਜੀਵਨ ਤੇ ਕੰਮ ਕਰਨ ਦੀ। ਤੇ ਗੁਰੂ ਸਾਹਿਬ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਵੀ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ, ਜਿਤ ਵਸ ਆਵੈ ਕੰਤ। ਕਿਹੜਾ ਵੇਸ ਕਰੀਏ ਜਿਹਦੇ ਨਾਲ ਰੱਬ ਵਸ ਆ ਜਾਏ। ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਨਿਮਨ ਸੋ ਆਖਣ, ਹਿਊਮਿਲਿਟੀ, ਨਿਮਰਤਾ ਬੋਲਾਂ ਦੇ ਵਿੱਚ ਹੋਵੇ, ਤੇ ਅਸਲ ਦੇ ਵਿੱਚ ਆਪਣੇ ਆਪ ਨੂੰ ਕਿਸੇ ਤੇ ਇੰਪੋਜ਼ ਨਹੀਂ ਕਰਨਾ ਧੱਕੇ ਦੇ ਨਾਲ, ਅਸਲ ਵਿੱਚ ਦੂਸਰਿਆਂ ਨੂੰ ਸੋਚਣ ਦੇਣਾ, ਉਹਨਾਂ ਨੂੰ ਖੁੱਲ੍ਹ ਦੇਣੀ, ਫਰੀडम ਆਫ ਸਪੀਚ ਦੇਣੀ ਹੈ, ਫਰੀडम ਆਫ ਐਕਸਪ੍ਰੈਸ਼ਨ ਉਹਨਾਂ ਨੂੰ ਜੀਣ ਦਾ ਹੱਕ ਦੇਣਾ ਜਦੋਂ ਅਸੀਂ ਧਾਰਮਿਕ ਬਣਨਾ। ਤੇ ਅਸਲ ਦੇ ਵਿੱਚ ਉਸ ਸਮੇਂ ਸਾਡਾ ਨਿਮਨ ਸੋ ਅੱਖਰ ਖਵਣ ਗੁਣ, ਖਵਣ ਗੁਣ ਦਾ ਮਤਲਬ ਹੈ ਸਾਡੇ ਜਿਹੜਾ ਵਿਹਾਰ ਆ ਉਹ ਵੀ ਟੋਲਰੇਟ ਹੋਵੇ। ਟੋਲਰੇਸ਼ਨ ਦਾ ਮਤਲਬ ਹੈ ਜੇ ਸਾਡੇ ਨਾਲ ਮੰਨ ਲਓ ਆਈਡੀਆ ਨਹੀਂ ਮਿਲਦਾ ਕਿਸੇ ਦਾ,
ਤੇ ਸਾਨੂੰ ਫਿਰ ਵੀ ਸਲੀਕੇ ਦੇ ਨਾਲ ਉਹਦੀ ਰਿਸਪੈਕਟ ਨਾ ਗਵਾਈਏ। ਮੰਨ ਲਓ ਕੋਈ ਬੰਦਾ ਵੱਖਰੇ ਵਿਊ ਸਾਡੇ ਨਾਲੋਂ ਰੱਖਦਾ ਹੈ, ਤੇ ਇਹ ਨਹੀਂ ਵੀ ਉਹਨੂੰ ਜ਼ਿੰਦਗੀ ਜਿਉਣ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਡਿਫੇਮ ਕਰਕੇ ਕਤਲ ਕਰ ਦਿੱਤਾ ਜਾਏ, ਮਾਰ ਦਿੱਤਾ ਜਾਏ, ਜਾਂ ਉਹਦੇ ਨਾਲ ਟੋਟਲੀ ਹੇਟ ਕਰਨੀ ਸ਼ੁਰੂ ਕਰ ਦਿੱਤਾ ਜਾਏ। ਇਸ ਧਾਰਮਿਕ ਬੰਦਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੈਰੋ ਮਾਈਂਡਨੈਸ ਹੁੰਦੀ ਨਾ, ਤੇ ਉਹਨਾਂ ਦੇ ਵਿੱਚ ਬੜਾ ਕੁਝ ਵਾਪਰਦਾ। ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਉਸ ਸਮੇਂ ਇਸ ਤਰ੍ਹਾਂ ਜਿਹੜਾ ਦੂਜੇ ਨਾਲ ਵੈਰ ਕਮਾਉਣਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਖਵਣ ਗੁਣ ਦਾ ਮਤਲਬ ਹੈ ਟੋਲਰੈਂਸ ਬੰਦੇ ਦੇ ਅੰਦਰ ਹੋਣੀ, ਸਹਾਰਨਾ ਬੰਦਾ ਦੂਸਰੇ ਨੂੰ। ਖਵਣ ਗੁਣ ਜਿਹਵਾ ਮਣੀਆਂ ਮੰਤ, ਜ਼ੁਬਾਨ ਬੜੀ ਮਿੱਠੀ ਹੋਣੀ ਚਾਹੀਦੀ ਧਾਰਮਿਕ ਬੰਦੇ ਦੀ। ਜੇ ਜ਼ੁਬਾਨ ਮਿੱਠੀ ਨਹੀਂ ਹੈ ਤਾਂ ਉਹ ਰੱਬ ਦਾ ਭਗਤ ਨਹੀਂ, ਕਿਉਂਕਿ ਸ਼ਬਦੋਂ ਹੀ ਭਗਤ ਜਾਪਤੇ ਜਿਨ ਕੀ ਬਾਣੀ ਸੱਚੀ ਹੋਏ, ਤੇ ਸੱਚ ਜਿਹੜਾ ਬੋਲਣ ਵਾਲਾ ਹੋਵੇ। ਤੇ ਹਜ਼ੂਰ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਜਦੋਂ ਬਾਣੀ 'ਚ ਪੜ੍ਹਦੇ ਆ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲੜਾ ਹੋਂ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲਾ ਕੋੜਾ, ਕੋੜਾ ਬੋਲ ਨਾ ਜਾਣਾ ਪੂਰਨ ਭਗਵਾਨਾ, ਔਗਣ ਕੋ ਨਾ ਚਿਤਾਰੇ। ਔਗਣ ਜਿਹੜਾ ਨਹੀਂ ਚਿਤਾਰਦਾ ਕਦੇ, ਤੇ ਕੋੜਾ ਬੋਲਣਾ ਉਹ ਜਾਣਦਾ ਹੀ ਨਹੀਂ। ਇਹ ਭਗਤ ਦੀ, ਜੇ ਭਗਤ ਦੇ ਰਾਹੀਂ ਬੋਲਦਾ ਰੱਬ, ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨਾ। ਰੱਬ ਦਾ ਤੇ ਵੈਸੇ ਸਰੀਰ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਚ, ਤ੍ਰੈਗੁਣ ਤੇ ਪ੍ਰਭਿੰਨ। ਜਦੋਂ ਉਹਨੇ ਬੋਲਣਾ ਭਗਤਾਂ ਰਾਹੀਂ ਬੋਲਣਾ, ਤੇ ਭਗਤਾਂ ਰਾਹੀਂ ਜਦੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਬੋਲਦੇ ਨੇ, ਉਹ ਮਿੱਠ ਬੋਲੜੇ ਨੇ। ਇਹਦਾ ਮਤਲਬ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਲੋਕਾਂ ਨਾਲ ਘਰ ਪਰਿਵਾਰ ਦੇ ਵਿੱਚ ਵਿਚਰਦੇ ਹਾਂ ਬੜੀ ਮਿਠਾਸ ਵਾਲਾ ਸਾਡਾ ਵਿਹਾਰ ਹੋਵੇ। ਜੇ ਨਹੀਂ ਹੋਏਗਾ ਤੇ ਮਾਫ ਕਰਨਾ, ਫਿਰ ਬੱਚੇ ਸਾਨੂੰ ਜਦੋਂ ਵੇਖਦੇ ਨੇ ਨਾ ਵੀ ਇਹਦੇ ਤੇ ਅਸਰ ਨਹੀਂ ਹੋਇਆ ਬਾਣੀ ਦਾ, ਤੇ ਫਿਰ ਉਹ ਬਾਗੀ ਹੁੰਦੇ ਨੇ। ਕਈ ਵਾਰੀ ਤੇ ਟੌਰਚਰ ਵੀ ਹੁੰਦੇ ਨੇ, ਬੰਦੇ ਐਕਸ਼ਨ ਇਸ ਕਿਸਮ ਦਾ ਲੈ ਲੈਂਦੇ ਨੇ। ਇਸ ਕਰਕੇ ਛੋਟੀ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ, ਮੈਂ ਇੰਡੀਆ ਦੇ ਵਿੱਚ ਜਿਹੜਾ ਕਿਸੇ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਕਥਾ ਕਰਨ ਲਈ, ਕਿਉਂਕਿ ਸਾਨੂੰ ਸਮਝ ਆਏ ਤੇ ਅਸੀਂ ਆਪਣੀ ਪਰਸਨੈਲਿਟੀ ਨੂੰ ਘੱਟੋ ਘੱਟ ਚੇਂਜ ਕਰ ਸਕੀਏ। ਤੇ ਆਰਮੀ ਦੇ ਵਿੱਚੋਂ ਰਿਟਾਇਰ ਸਨ, ਸ਼ਾਇਦ ਕਾਫੀ ਵੱਡੇ ਅਹੁਦੇ ਤੇ ਕਰਨਲ ਸਨ, ਤੇ ਉਹ ਘਰ ਲੈ ਗਏ। ਜਦੋਂ ਘਰ ਦੇ ਵਿੱਚ ਲੈ ਕੇ ਗਏ, ਘਰ ਦਾ ਕੋਈ ਵੀ ਮੈਂਬਰ ਗੱਲ ਕਰਨ ਵਾਸਤੇ ਤਿਆਰ ਨਹੀਂ ਸੀ। ਤੇ ਉਹਨਾਂ ਨੇ ਥੋੜ੍ਹਾ ਜਿਹਾ ਕਿਹਾ ਵੀ ਭਾਈ ਸਾਹਿਬ ਤੁਸੀਂ ਇਹਨਾਂ ਦੇ ਆਖੇ ਲੱਗ ਕੇ ਸਾਡੇ ਘਰ ਆਏ ਕਿਉਂ, ਕਿਉਂਕਿ ਇਹਨਾਂ ਦਾ ਘਰ ਬਿਹੇਵ ਬੜਾ ਮਿਸਬਿਹੇਵ ਹੈ। ਤੇ ਜਿਹੜਾ ਮੈਂ ਉੱਠ ਕੇ ਉੱਥੋਂ ਤੁਰਨ ਲੱਗਾ, ਤੇ ਜਿਵੇਂ ਦਾ ਬੰਦੇ ਦੀ ਆਦਤ ਹੋਵੇ ਨਾ, ਉਹਨਾਂ ਨੇ ਹੱਥ ਦੇ ਵਿੱਚ ਡਾਂਗ ਫੜ ਕੇ ਕਹਿਣ ਲੱਗੇ, ਨਹੀਂ ਭਾਈ ਸਾਹਿਬ ਤੁਸੀਂ ਜਦੋਂ ਤੱਕ ਮੈਂ ਨਾ ਕਵਾਂ ਉਦੋਂ ਤੱਕ ਤੁਸੀਂ ਇੱਥੇ ਬੈਠੇ ਰਹਿਣਾ। ਤੇ ਨਾਲ ਸੁਖਮਨੀ ਸਾਹਿਬ ਦਾ ਗੁਟਕਾ ਫੜ ਲਿਆ। ਗੁਟਕਾ ਫੜਦਿਆਂ ਪਾਠ ਸ਼ੁਰੂ ਕਰ ਦਿੱਤਾ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕੱਲ ਕਲੇਸ਼ ਤਨ ਮਾਹੇ ਮਿਟਾਵੋਂ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੱਲ ਕਹਿ ਰਿਹਾ। ਸੇਮ ਇਹ ਪੰਕਤੀ ਪੜ੍ਹੀ, ਕੱਲ ਕਲੇਸ਼ ਤਨ ਮਾਹੇ ਮਿਟਾਵੋਂ। ਕੋਈ ਗੱਲ ਹੋਈ ਤੇ ਘਰ ਵਾਲੀ ਨੂੰ 2-4 ਗਾਲਾਂ ਕੱਢ ਦਿੱਤੀਆਂ, ਗੁਟਕਾ ਫੜਿਆ। ਤੇ ਮੈਂ ਕਿਹਾ ਵੀ ਤੁਸੀਂ ਤੇ ਬਾਣੀ ਪੜ੍ਹ ਰਹੇ ਹੋ ਵੀ ਕੱਲ ਕਲੇਸ਼ ਮਿਟਾਵਾਂ, ਤੁਸੀਂ ਤੇ ਕੱਲ ਕਲੇਸ਼ ਪਾ ਰਹੇ ਹੋ, ਤੇ ਜਿਹੜਾ ਕੁਝ ਤੁਹਾਡੇ ਅੰਦਰ ਤੇ ਮਿਠਾਸ ਹੋਣੀ ਚਾਹੀਦੀ। ਤੇ ਘਰ ਵਾਲੀ ਬੀਬੀ ਕਹਿਣ ਲੱਗੀ ਵੀ ਤੁਹਾਡੇ ਤੇ ਅਸਰ ਤੇ ਨਹੀਂ ਹੋਣਾ, ਭਾਵੇਂ ਜਿੰਨੀ ਮਰਜ਼ੀ। ਕਹਿਣ ਲੱਗਾ ਕੋਈ ਨਹੀਂ ਅਸਰ, ਬਾਕੀ ਵੀ ਪੜ੍ਹਦੇ ਨੇ, ਮੈਂ ਵੀ ਪੜ੍ਹੀ ਜਾਂਦਾ, ਅਸਰ ਲੋਕੀ ਘੱਟ ਹੀ ਕਰਦੇ ਨੇ। ਸੇਮ ਇਹ ਜਿਹੜੀ ਉਹਨਾਂ ਦੀ ਸਟੇਟਮੈਂਟ ਵੀ। ਕਹਿਣ ਦਾ ਮਤਲਬ ਜਦੋਂ ਇਸ ਤਰ੍ਹਾਂ ਦਾ ਧਰਮੀ ਬੰਦੇ ਦਾ ਵਿਹਾਰ ਫਰਸਟ੍ਰੇਟਿਡ ਹੋਏਗਾ ਨਾ, ਉਦੋਂ ਆਲਾ ਦੁਆਲਾ ਪ੍ਰਭਾਵ ਕਬੂਲਣ ਦੀ ਬਜਾਏ ਹੇਟ ਕਰਨ ਲੱਗ ਪਏਗਾ ਉਹ ਪਰਸਨਲ ਤੋਂ, ਉਹਦੇ ਤੋਂ ਤੇ ਕਰੇਗਾ। ਕਈ ਵਾਰੀ ਲੋਕ, ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, ਅੱਜ ਜਿੰਨੇ ਐਥੀਸਟ ਬਣਦੇ ਨੇ ਨਾ, ਅੱਜ ਜੇ ਧਰਮਾਂ ਦਾ ਇਤਿਹਾਸ ਪੜ੍ਹੀਏ, ਬਾਹਰ ਤੁਸੀਂ ਵੇਖੋ ਕਾਮ ਹੈ, ਕ੍ਰਿਸਚੈਨਿਟੀ ਦਾ ਸਾਰਾ ਇਤਿਹਾਸ ਚੁੱਕ ਕੇ ਵੇਖ ਲਓ, ਦੂਸਰੇ ਚੌਥੇ ਸਾਲ ਕਈ ਵਾਰੀ ਪਾਦਰੀ ਨੂੰ, ਪੋਪ ਨੂੰ ਮਾਫੀ ਮੰਗਣੀ ਪੈਂਦੀ ਵੀ ਸਾਡੇ ਜਿਹੜੇ ਪ੍ਰੀਸਟਲੀ ਕਲਾਸ ਦੇ ਲੋਕਾਂ ਕੋਲੋਂ ਬੜੇ ਜਿਹੜੇ ਚਾਈਲਡ ਮੋਲੈਸਟਿੰਗ ਹੈ ਜਾਂ ਹੋਰ ਕੋਈ ਜਿਹੜੇ ਦੂਸਰਿਆਂ ਦੀ ਇੱਜ਼ਤ ਆਬਰੂ ਨੂੰ ਹੱਥ ਪਾਉਣ ਦੇ ਕੇਸ। ਇਸੇ ਤਰ੍ਹਾਂ ਤੁਸੀਂ ਕਿਧਰੇ ਕਾਜ਼ੀ ਲੋਕਾਂ ਦਾ ਹਿਸਟਰੀ ਪੜ੍ਹ ਲਓ, ਸਾਰਾ ਇਤਿਹਾਸ। ਇਸ ਤਰ੍ਹਾਂ ਭਾਵੇਂ ਹਿੰਦੂਇਜ਼ਮ ਦਾ ਪੜ੍ਹ ਲਓ, ਦੇਵਦਾਸੀਆਂ ਦੀ ਗੱਲ, ਕਿਧਰੇ ਕੋਕ ਸ਼ਾਸਤਰ ਦੀ ਗੱਲ ਚੱਲਦੀ ਹੈ। ਇਸ ਤਰ੍ਹਾਂ ਸਾਡੇ ਵਿੱਚ ਵੀ ਹਰ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਲੋਕ ਮਿਲ ਜਾਣਗੇ ਵੀ ਜਿਹੜੇ ਬਾਹਰੋਂ ਅਸਲ ਦੇ ਵਿੱਚ ਕਾਮ ਦੇ ਵਿੱਚ ਗ੍ਰਸੇ ਨੇ, ਪਰ ਜਦੋਂ ਧਾਰਮਿਕ ਅਸਥਾਨਾਂ ਤੇ ਹੁੰਦੇ ਨੇ ਇਹੋ ਜਿਹੀਆਂ ਵਾਰਦਾਤਾਂ ਕਰ ਦਿੰਦੇ ਨੇ। ਤੇ ਜਿਹੜੀ ਗੱਲ ਅੱਜ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਨਾ ਵੀ ਦਰ ਭ੍ਰਸ਼ਟੇ ਨੇ, ਕਿ ਅਸਲ ਦੇ ਵਿੱਚ ਉਹ ਦਰ ਦੇ ਉੱਤੇ ਦਰ ਭ੍ਰਸ਼ਟ ਸਰਾਪੀ ਨਾਮ ਬੀਨ, ਵੀ ਨਾਮ ਨੂੰ ਉਹਨਾਂ ਨੇ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ,
ਕਿ ਦਰ ਤੇ ਰਹਿ ਕੇ ਹੀ ਭ੍ਰਸ਼ਟ ਹੋ ਗਏ ਨੇ। ਤੇ ਤੁਸੀਂ ਵੇਖੋ ਬਾਹਰ ਕਰੋਧ ਹੈ, ਧਰਮ ਦੀ ਦੁਨੀਆ ਦਾ ਹਿਸਟਰੀ ਚੁੱਕ ਕੇ ਦੇਖੋ, ਆ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਸਚੈਨਿਟੀ ਹੈ, ਉਹ ਜਿਹੜੀ ਬੜੀ ਕੰਪੈਸ਼ਨ ਦੀ, ਦਇਆ ਦੀ ਗੱਲ ਕੀਤੀ ਜਾਂਦੀ। ਜਿੱਥੇ ਜਿੱਥੇ ਗਏ ਨੇ ਨਾ ਅਸਲ ਦੇ ਵਿੱਚ ਆਮ ਕਰਕੇ ਬ੍ਰਿਟਿਸ਼ ਲੋਕਾਂ ਨੇ ਕਲੋਨਾਈਜ਼ ਕੀਤਾ, ਪਾਦਰੀ ਨਾਲ ਨਾਲ ਚੱਲਦੇ ਰਹੇ ਨੇ, ਲੋਕਾਂ ਦੇ ਧਰਮ ਨੂੰ ਕਨਵਰਟ ਕਰਦੇ ਰਹੇ ਨੇ। ਇੱਥੋਂ ਤੱਕ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਿਹੜਾ ਨਨਕਾਣਾ ਸਾਹਿਬ ਦਾ ਜਿਹੜਾ ਮੋਰਚਾ ਲੱਗਦਾ ਹੈ, ਸ਼ਹੀਦ ਹੁੰਦੇ ਨੇ, ਤੇ ਉਹਨਾਂ ਦੇ ਪਿੱਛੇ ਵੀ ਜਿਹੜਾ ਅਸਲ ਦੇ ਵਿੱਚ ਉਹ ਲੋਕ ਜ਼ਿਆਦਾ ਸਨ ਜਿਹੜੇ ਸਿੱਖੀਜ਼ਮ ਨੂੰ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕਰ ਦੇਣਾ ਚਾਹੁੰਦੇ ਸਨ। ਅੱਜ ਵੀ ਜ਼ੋਰ ਜਿਹੜਾ ਲੱਗਦਾ, ਕਹਿਣ ਦਾ ਮਤਲਬ ਤਲਵਾਰ ਦੇ ਨਾਲ ਆਪਣੇ ਧਰਮ ਨੂੰ ਜਿਹੜਾ ਸਪਰੈਡ ਕੀਤਾ ਗਿਆ ਹੈ, ਖੂਨ ਵਹਾਇਆ ਗਿਆ ਧਰਮ ਦੇ ਨਾਂ ਤੇ, ਬੜੀਆਂ ਜੰਗਾਂ ਹੋਈਆਂ ਨੇ। ਇਸੇ ਤਰ੍ਹਾਂ ਇਸਲਾਮ ਜਿੱਥੇ ਜਿੱਥੇ ਗਿਆ, ਇੱਥੋਂ ਤੱਕ ਵੀ ਗੁਰੂ ਸਾਹਿਬ ਨੂੰ ਜਿੰਨੀਆਂ ਸ਼ਹਾਦਤਾਂ ਵਾਪਰਦੀਆਂ, ਪੁਰਾਣੇ ਸਿੰਘਾਂ ਦੀਆਂ ਸ਼ਹਾਦਤਾਂ ਵਾਪਰਦੀਆਂ, ਉਹ ਸਾਰੀਆਂ ਜਾਂ ਤਾਂ ਇਸਲਾਮ ਦੇ ਵਿੱਚ ਆ ਜਾਓ ਜਾਂ ਤੁਹਾਨੂੰ ਜੀਣ ਦਾ ਹੀ ਹੱਕ ਨਹੀਂ। ਤੇ ਫਿਰ ਹਿੰਦੂਇਜ਼ਮ ਦੀ ਗੱਲ ਕਰਨੇ ਆ, ਪਹਿਲਾਂ ਤਾਂ ਪਾਵਰ ਨਹੀਂ, ਜੇ ਕਿਧਰੇ ਜਦੋਂ ਪਾਵਰ ਆਈ ਬੁੱਧੀਜ਼ਮ ਨੂੰ ਖਤਮ ਕਰਨਾ, ਤੇ 1947 ਤੋਂ ਬਾਅਦ ਜਦੋਂ ਆਜ਼ਾਦ ਹੋਇਆ ਹਿੰਦੁਸਤਾਨ, ਉਸ ਸਮੇਂ ਘੱਟ ਗਿਣਤੀਆਂ ਦੇ ਨਾਲ ਜਿੰਨਾ ਵਿਹਾਰ ਕੀਤਾ ਗਿਆ, ਦਰਬਾਰ ਸਾਹਿਬ ਤੇ ਅਟੈਕ ਹੋਵੇ, ਜਿਹੜਾ ਪੰਜਾਬ ਦੀ ਧਰਤੀ ਤੋਂ ਜਿਹੜਾ ਲੱਖਾਂ ਨੌਜਵਾਨ ਚੁੱਕ ਕੇ ਮਾਰ ਦਿੱਤਾ ਹੋਵੇ, ਜਾਂ ਅੱਜ ਵੀ ਜੋ ਕੁਝ ਵਾਪਰ ਰਿਹਾ ਵੀ ਅਸਲ ਦੇ ਵਿੱਚ ਸਾਰੇ ਹਿੰਦੁਸਤਾਨ ਦਾ ਭਗਵਾਂਕਰਨ ਕਰਨ ਦਾ ਯਤਨ ਕਰਕੇ ਦੂਜਿਆਂ ਨੂੰ ਸਹਿਮ ਡਰ ਬਿਠਾਇਆ ਜਾ ਰਿਹਾ। ਕਹਿਣ ਦਾ ਮਤਲਬ ਬੰਦਾ ਸਰੀਰ ਕਰਕੇ ਤੇ ਉਹ ਸੋਚਦਾ ਵੀ ਮੈਂ ਕਿਸੇ ਧਰਮ ਦੇ ਵਿੱਚ ਹਾਂ, ਪਰ ਮਨ ਕਰਕੇ ਨਾ ਉਹ ਇਸ ਤਰ੍ਹਾਂ ਜਿਵੇਂ ਸਰਾਪਿਆ ਗਿਆ ਹੋਵੇ ਤੇ ਕ੍ਰੋਧ ਦੀ ਦੁਨੀਆ ਦੇ ਵਿੱਚ ਵਿਚਰ ਰਿਹਾ ਹੋਵੇ, ਵਾਇਲੈਂਸ ਦੀ ਦੁਨੀਆ ਦੇ ਵਿੱਚ ਵਿਚਰ ਰਿਹਾ ਹੋਵੇ, ਦਰ ਭ੍ਰਸ਼ਟ ਸਰਾਪੀ। ਇਸੇ ਤਰ੍ਹਾਂ ਤੁਸੀਂ ਵੇਖੋ ਬਾਹਰ ਲੋਭ ਹੈ, ਔਰ ਹਰ ਮਜ਼ਹਬ ਦੇ ਵਿੱਚ ਜਦੋਂ ਕਮਰਸ਼ੀਅਲਾਈਜ਼ ਕਰ ਦਿੱਤਾ ਜਾਂਦਾ ਕਰਮ ਕਾਂਡਾਂ ਦੇ ਨਾਂ ਦੇ ਉੱਤੇ, ਪ੍ਰੀਸਟਲੀ ਕਲਾਸ ਕੇਵਲ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਪੈਂਦੀ, ਇਹਦਾ ਮਤਲਬ ਹੈ ਉਹਨਾਂ ਨੂੰ ਵੇਖ ਕੇ ਲੱਗਦਾ ਵੀ ਇਹ ਦਰ ਤੇ ਭ੍ਰਸ਼ਟ ਹੋ ਗਏ ਨੇ। ਅਸਲ ਦੇ ਵਿੱਚ ਇਹ ਤੇ ਦਿਸਦੇ ਤੇ ਧਾਰਮਿਕ ਨੇ, ਪਰ ਇਹਨਾਂ ਦੀ ਜ਼ਿੰਦਗੀ 'ਚ ਜਿਹੜੀ ਇਮਾਨਦਾਰੀ, ਓਨੈਸਟੀ ਆ ਜਾਣੀ ਚਾਹੀਦੀ ਸੀ, ਹਿਊਮੈਨਿਟੀ ਦੇ ਪ੍ਰਤੀ ਪ੍ਰੇਮ ਜਾਗ ਜਾਣਾ ਚਾਹੀਦਾ ਸੀ, ਉਹ ਨਹੀਂ ਵਾਪਰਿਆ। ਬਾਹਰ ਬੰਦਾ ਹਉਮੈ ਦੇ ਵਿੱਚ ਹੈ ਤੇ ਧਾਰਮਿਕ ਬੰਦਾ ਵੀ ਮੈਂ ਬਹੁਤ ਪਾਠ ਕਰਨਾ, ਮੇਰਾ ਸਿਮਰਨ ਬਹੁਤ ਹੈ, ਮੇਰਾ ਜਿਹੜਾ ਧਰਮ ਬਹੁਤ ਵੱਡਾ ਹੈ, ਇਹ ਸੋਚ ਕੇ ਦੂਜਿਆਂ ਨਾਲ ਡਿਸਕ੍ਰਿਮੀਨੇਸ਼ਨ ਕਰਦਾ, ਔਰ ਹਰ ਥਾਂ ਤੇ ਜਿਹੜਾ ਕਈ ਵਾਰੀ ਕਰਨ ਵਾਸਤੇ ਤਿਆਰ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਜਦੋਂ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਮਨ ਅਸਲ ਦੇ ਵਿੱਚ ਦਾਦਰ ਦੀ ਤਰ੍ਹਾਂ ਹੈ। ਇਹ ਕਈ ਵਾਰੀ ਸਪੈਸ਼ਲ ਧਰਮ ਦੇ ਵਿੱਚ ਰਹਿ ਕੇ, ਧਾਰਮਿਕ ਗ੍ਰੰਥਾਂ ਦਾ ਪਾਠ ਕਰਕੇ, ਧਰਮ ਦਾ ਲਿਬਾਸ ਪਾ ਕੇ, ਨੇੜੇ ਹੋਣ ਦਾ ਪਖੰਡ ਕਰਕੇ, ਤੇ ਜਿਹੜਾ ਅੰਦਰ ਦੀ ਹਿਪੋਕ੍ਰੀਸੀ ਨਹੀਂ ਛੱਡਦਾ, ਅੰਦਰ ਦੀ ਜਿਹੜੀ ਪਖੰਡਤਾ ਨਹੀਂ ਛੱਡਣ ਲਈ ਤਿਆਰ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ, ਜਿਸ ਗੁਰੂ ਸਾਹਿਬ ਨੂੰ ਅਸੀਂ ਅੰਤਰਜਾਮੀ ਕਹਿੰਦੇ ਆ ਨਾ। ਵੇਖੋ ਅੰਦਰ ਦੀਆਂ ਜਾਣ ਕੇ ਉਸ ਸਮੇਂ ਦੀ ਹਾਲਾਤ, ਜਿਹੜਾ ਜਿੰਨੀ ਹਿਸਟਰੀ ਹੈ ਪਾਸਟ ਦੀ, ਉਹਦਾ ਹਾਲਾਤ ਤੇ ਆਉਣ ਵਾਲਾ ਸਮਾਂ ਪ੍ਰੈਜ਼ੈਂਟ, ਸਾਰਾ ਕੁਝ ਜਾਣ ਕੇ ਵੀ ਇਸ ਤਰ੍ਹਾਂ ਦੀ ਬਿਰਤੀ ਦੇ ਲੋਕ ਸੁਸਾਇਟੀ ਦੇ ਵਿੱਚ ਹੁੰਦੇ ਨੇ। ਤੇ ਤੁਸੀਂ ਵੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਉਹ ਕਹਿੰਦੇ ਨੇ ਬਾਹਰ ਸੇ ਭਾਗ ਲੀਜੀਤ ਓਟ ਗੜ ਮੈਂ ਜੋ ਲੂਟ ਲੀਜਾ ਕਹੋ ਕਤ ਜਾਈਏ। ਉਹਨਾਂ ਨੇ ਜ਼ਿਕਰ ਕੀਤਾ ਬਾਹਰ ਕੀ ਅਗਨ ਬੁਝਤ ਜਲ ਸਰਤਾ ਕੇ, ਨਾਮ में जो आग लगे कैसे क्या बुझाई है। ਵੀ ਬਾਹਰ ਦੀ ਜਿਹੜੀ ਅੱਗ ਹੈ ਨਾ, ਕਿਸੇ ਬਿਲਡਿੰਗ ਨੂੰ ਲੱਗ ਜਾਏ, ਉਦੋਂ ਨਦੀਆਂ ਦਰਿਆਵਾਂ ਦੇ ਵਿੱਚੋਂ ਪਾਣੀ ਲੈ ਕੇ ਬੰਦਾ ਬੁਝਾ ਲਏਗਾ, ਪਰ ਜੇ ਨਦੀ ਦੇ ਵਿੱਚ ਕਿਸ਼ਤੀ ਨੂੰ ਹੀ, ਬੇੜੀ ਨੂੰ ਹੀ ਅੱਗ ਲੱਗ ਜਾਏ ਨਾਵ ਨੂੰ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਕੀ ਕੀਤਾ ਜਾਏ, ਬੇੜੀ ਦੇ ਵਿੱਚ ਅੱਗ ਲੱਗੀ ਹੋਈ ਅੱਗ ਨੂੰ। ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਬਾਹਰੋਂ ਰਾਜੇ ਆਪਣੇ ਲਈ ਸਿਕਿਉਰਿਟੀ ਲਈ ਕਿਲੇ ਬਣਾਉਂਦੇ ਸਨ ਕਿ ਇਹਨਾਂ ਦੇ ਵਿੱਚ ਲੁੱਟਿਆ ਨਹੀਂ ਜਾਏਗਾ, ਖਜ਼ਾਨਾ ਵੀ ਸੇਫ ਰਹੇਗਾ, ਸਾਡੀ ਜਿਹੜੀ ਜਾਨ ਮਾਲ ਪਰਿਵਾਰ ਵੀ ਸੇਫ ਰਹੇਗਾ। ਪਰ ਜੇ ਕਿਲੇ ਦੇ ਵਿੱਚ ਹੀ ਬਗਾਵਤ ਹੋ ਜਾਏ, ਉੱਥੇ ਹੀ ਕੋਈ ਦੁਸ਼ਮਣ ਨਿਕਲ ਕੇ ਬੰਦੇ ਨੂੰ ਮਾਰ ਦੇ, ਉੱਥੇ ਹੀ ਸਾਰਾ ਕੁਝ ਲੁੱਟਿਆ ਜਾਏ, ਤੇ ਫਿਰ ਬੰਦਾ ਕੀ ਕਰੇ। ਤਖਤੇ ਪਲਟ ਹੁੰਦੇ ਸੀ ਇਸ ਤਰ੍ਹਾਂ ਰਾਜਿਆਂ ਦੇ। ਤੀਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਕਹਿਣ ਲੱਗੇ ਚੋਰਨ ਕੇ ਤਰਾਸ ਜਾਏ ਸ਼ਰਨ ਗਏ ਨਰਿੰਦ। ਜਿਵੇਂ ਹਿੰਦੁਸਤਾਨ ਦੇ ਵਿੱਚ ਨਾ
ਬਾਹਰ ਬੰਦੇ ਤੇ ਜ਼ੁਲਮ ਹੋਵੇ, ਚੋਰੀ ਹੋ ਜਾਏ, ਬੰਦਾ ਥਾਣੇ ਦੇ ਵਿੱਚ ਜਾਂਦਾ, ਐਡਮਿਨਿਸਟ੍ਰੇਸ਼ਨ ਦਾ ਸਹਾਰਾ ਲੈਂਦਾ। ਤੇ ਕਹਿੰਦੇ ਨੇ ਮਾਰੇ ਮਹੀਪਤ ਜੀ ਉਹ ਕੈਸੇ ਕਹਿ ਬਚਾਈ ਆ। ਉਤੋਂ ਜਿਨ੍ਹਾਂ ਨੇ ਨਿਆਂ ਦੇਣਾ ਉਹੀ ਝੂਠਾ ਮੁਕੱਦਮਾ ਪਾਉਣਾ ਸ਼ੁਰੂ ਕਰ ਦੇਣ। ਅੱਜ ਜਦੋਂ ਖਾੜਕੂਵਾਦ ਦੇ ਦੌਰਾਨ ਨਾ ਤੁਹਾਨੂੰ ਪਤਾ ਉਦੋਂ ਇੱਕ ਪਿੰਡ ਦੀ ਕਈਆਂ ਦੇ ਹਜ਼ਾਰਾਂ ਦੀ ਘਟਨਾ ਹੋਏਗੀ, ਤੇ ਇੱਕ ਵੀਰ ਦੱਸ ਰਹੇ ਸੀ ਵੀ ਸਾਡੇ ਪਿੰਡ ਤੋਂ ਨੌਜਵਾਨ ਨੂੰ ਚੁੱਕ ਕੇ ਲੈ ਗਏ ਤੇ ਜਾ ਕੇ ਕਹਿਣ ਲੱਗੇ ਜੀ ਜਦੋਂ ਕੁਝ ਦਿਨ ਘੰਟੇ ਉਹਨਾਂ ਦਾ ਪਤਾ ਨਾ ਲੱਗਾ, ਸਾਰੇ ਪਿੰਡ ਦੀ ਪੰਚਾਇਤ ਸਰਪੰਚ ਲੈ ਕੇ ਹੋਰ 2 ਪਿੰਡਾਂ ਦੇ ਮੋਹਤਵਾਰ ਲੈ ਕੇ ਅਸੀਂ ਥਾਣੇ ਪਹੁੰਚੇ ਤੇ ਜਿਹੜਾ SHO ਸੀ ਉਹਨੂੰ ਕਿਹਾ ਵੀ ਸਾਡੇ ਨਾਲ ਧੱਕਾ ਹੋਇਆ, ਵੀ ਇਹ ਨੌਜਵਾਨ ਬੇਕਸੂਰ ਤੁਸੀਂ ਚੁੱਕ ਲਿਆ। ਉਹ ਕਹਿਣ ਲੱਗੇ ਇਹਦੇ ਕੋਲੋਂ ਹਥਿਆਰ ਮਿਲਿਆ ਜਿਹੜਾ SHO, ਤੇ ਉਹ ਸਾਰੇ ਪਿੰਡ ਦੇ ਕਹਿੰਦੇ ਅਸੀਂ ਸਾਹਮਣੇ ਵੇਖਦਿਆਂ ਹੋਇਆਂ ਕਹਿਣ ਲੱਗੇ ਉਹਨੇ ਤੇ ਕਦੇ ਇਹਦੇ ਹਥਿਆਰ ਰੱਖਿਆ ਹੀ ਨਹੀਂ ਜੀ, ਅਸੀਂ ਸਾਰੇ ਗਰੰਟੀ ਲੈਂਦੇ ਹਾਂ। ਕਹਿੰਦੇ ਨੇ ਆਪਣੀ ਰਿਵਾਲਵਰ ਕੱਢ ਕੇ ਨਾ ਮੇਜ਼ ਤੇ ਰੱਖ ਕੇ ਕਹਿਣ ਲੱਗੇ ਆਹ ਨਿਕਲਿਆ, ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਨਾ ਉਹਦਾ। ਕਿਉਂਕਿ ਪੁਲਿਸ ਨੂੰ ਬ੍ਰਿਟਿਸ਼ ਵੇਲੇ ਦੇ ਜਿਹੜੇ ਕਾਨੂੰਨ ਹੋਣ ਕਰਕੇ ਇੰਨੀ ਜ਼ਿਆਦਾ ਅਥਾਰਟੀ ਹੈ ਵੀ ਜਿਹਨੂੰ ਮਰਜ਼ੀ ਝੂਠਾ ਮੁਕੱਦਮਾ ਪਾ ਕੇ ਉਹ ਜੇਲ੍ਹ ਦੇ ਵਿੱਚ ਸੁੱਟ ਦੇਣ, ਜਿਵੇਂ ਮਰਜ਼ੀ ਉਹਦਾ ਜਿਹੜਾ ਉਤਪੀੜਨ ਕੀਤਾ ਜਾਏ, ਤੇ ਅਸਲ ਵਿੱਚ ਕਿਧਰੇ ਬੰਦਾ ਪੁਕਾਰ ਨਹੀਂ ਕਰ ਸਕਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਜਿਹੜੀ ਸੰਸਥਾ ਨੇ ਬੰਦੇ ਨੂੰ ਜ਼ੁਲਮ ਤੋਂ ਬਚਾਉਣਾ ਹੈ ਉਹ ਇੰਸਟੀਚਿਊਸ਼ਨ ਹੀ ਬੰਦੇ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰਦਾ ਤੇ ਫਿਰ ਬੰਦਾ ਕਿੱਥੇ ਜਾਏ। ਇਸੇ ਤਰ੍ਹਾਂ ਇਹ 3 ਐਗਜ਼ਾਮਪਲ ਦੇ ਕੇ ਕਹਿਣ ਲੱਗੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ। ਜਿਹੜਾ ਮਾਇਆ ਦਾ ਮਤਲਬ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼ ਨਿੰਦਾ ਚੁਗਲੀ ਤੋਂ ਅਗਿਆਨਤਾ ਤੋਂ ਬਚਣ ਲਈ ਬੰਦਾ ਗੁਰਦੁਆਰੇ ਦੇ ਵਿੱਚ ਜਾਂਦਾ ਹੈ। ਤਾਹਾਂ ਜੋ ਵਿਆਪੈ ਮਾਇਆ, ਜੇ ਇੱਥੇ ਆ ਕੇ ਬੈਠਿਆਂ ਨੂੰ ਹੀ ਅਸੀਂ ਮਾਇਆਧਾਰੀ ਬਣ ਗਏ ਵੀ ਸਾਡੇ ਜੀਵਨ ਦੇ ਅੰਦਰ ਜਿਹੜਾ ਖਾਸ ਕਰਕੇ ਆਚਰਣ ਤੋਂ ਬੰਦਾ ਡਿੱਗ ਗਿਆ, ਕ੍ਰੋਧ ਦੇ ਵਿੱਚ ਹੋ ਕੇ ਵਾਇਲੈਂਸ ਕਰਨ ਲੱਗ ਪਿਆ, ਇੱਕ ਦੂਜੇ ਦੀਆਂ ਬੰਦਾ ਪੱਗਾਂ ਲਾਉਣ ਲੱਗ ਪਏ ਜਾਂ ਕਰੈਕਟਰ ਅਸੈਸੀਨੇਸ਼ਨ ਕਰਨ ਲੱਗ ਪਏ, ਝੂਠੀਆਂ ਤੋਹਮਤਾਂ ਲਾਉਣ ਲੱਗ ਪਏ, ਜਾਂ ਲੋਭ ਦੇ ਵਿੱਚ ਆ ਕੇ ਦੂਜੇ ਨੂੰ ਲੁੱਟਣਾ ਸ਼ੁਰੂ ਕਰ ਦਏ, ਜਾਂ ਹੰਕਾਰ ਦੇ ਵਿੱਚ ਕਹੇ ਵੀ ਮੇਰੇ ਵਰਗਾ ਸਿੱਖ ਕੋਈ ਨਹੀਂ, ਦੂਜਾ ਜਿਹੜਾ ਬਿਲਕੁਲ ਮੇਰੇ ਤੋਂ ਗਿਆ ਗੁਜ਼ਰਿਆ ਆਪ ਹੀ ਰੱਬ ਬਣ ਕੇ ਫੈਸਲੇ ਧਰਤੀ ਤੇ ਕਰਨੇ ਸ਼ੁਰੂ ਕਰਦੇ ਇਸ ਤਰੀਕੇ ਦੇ। ਤੇ ਅਸਲ ਦੇ ਵਿੱਚ ਫਿਰ ਉਹ ਮਾਇਆ ਦਾ ਰੂਪ ਹੈ। ਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਵੇਖੋ ਸ਼ਬਦ ਕਿਹੋ ਜਿਹੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਦੇ। ਹਜ਼ੂਰ ਕਹਿੰਦੇ ਨੇ ਦਰ ਭ੍ਰਸ਼ਟ ਵਿਆਪੀ, ਇਹੋ ਜਿਹੇ ਲੋਕ ਦਰ ਤੇ ਭ੍ਰਸ਼ਟ ਹੋਏ ਨੇ ਤੇ ਅਸਲ ਦੇ ਵਿੱਚ ਸਰਾਪੀ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਰੱਬ ਤੋਂ ਸਰਾਪੇ ਗਏ ਹੋਣ ਜਿਹੜੇ ਰੱਬ ਦੇ ਦਰ ਤੋਂ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਔਗਣ ਹੀ ਔਗਣ ਨੇ ਤੇ ਧਰਮ ਦੇ ਇੰਸਟੀਚਿਊਸ਼ਨ ਨੂੰ ਜਿਹੜਾ ਉਹਦੇ ਵਿੱਚ ਆਉਣ ਤੋਂ ਬਾਅਦ ਵੀ ਆਪਣੇ ਜੀਵਨ ਨੂੰ ਨਹੀਂ ਬਦਲ ਸਕੇ। ਇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਕਹਿ ਰਹੇ ਨੇ ਨਾਮ ਬੇਨ। ਕਿਉਂ ਇਸ ਤਰ੍ਹਾਂ ਵਾਪਰਦਾ? ਕਿਉਂਕਿ ਜਿਹੜਾ ਨਾਮ ਹੈ ਨਾ ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ, ਉਸ ਨਾਮ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਇਆ। ਨਾਮ ਨਹੀਂ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਲਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤਾਂ ਕੈ ਜਾਤ ਨਾ ਪਾਤੀ ਨਾਮ ਲੀਨ। ਇਹਦਾ ਜਿਹੜਾ ਅਰਥ ਕੀਤਾ ਵੀ ਉਹਨਾਂ ਦੀ ਉਹ ਜਾਤ, ਵੈਸੇ ਜਿਹੜੀ ਦੁਨਿਆਵੀ ਜਾਤ ਹੈ ਨਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੋਈ ਮਾਨਤਾ ਨਹੀਂ ਦਿੱਤੀ ਗਈ। ਤੇ ਗੁਰੂ ਸਾਹਿਬ ਜੀ ਨੇ ਟੋਟਲੀ ਜਿਹੜਾ ਕਾਸਟਲੈਸ ਸੁਸਾਇਟੀ, ਜਿਹਦੇ 'ਚ ਅਸੀਂ ਏਕ ਪਿਤਾ ਇੱਕ ਮੁਬਾਰਕ ਹੋਣ ਦਾ ਅਹਿਸਾਸ ਪੈਦਾ ਕਰ ਸਕੀਏ। ਵੈਸੇ ਹਿੰਦੂਇਜ਼ਮ ਦੇ ਵਿੱਚ ਵੀ ਜਾਤ ਪਾਤ ਤੇ ਬੰਦਾ ਬੰਦੇ ਨਾਲ ਨਫ਼ਰਤ ਕਰਦਾ। ਤੇ ਇੱਕ ਵਿਦਵਾਨ ਤੇ ਮੈਂ ਬੋਲ ਪੜ੍ਹ ਰਿਹਾ ਸੀ, ਹਿੰਦੁਸਤਾਨ ਦੇ ਲੋਕਾਂ ਨੇ ਨਾ ਮੁਗਲਾਂ ਤਰ੍ਹਾਂ ਬਾਹਰ ਇਨਵੇਡ ਨਹੀਂ ਕੀਤਾ। ਉੱਥੋਂ ਦੀ ਲੈਂਡ ਫਰਟਾਈਲ ਸੀ, ਉਹਨਾਂ ਨੇ ਆਪਣੇ ਹੀ ਭੈਣ ਭਰਾਵਾਂ ਨੂੰ ਕਿਸੇ ਨੂੰ ਨੀਵਾਂ ਦੱਸ ਕੇ ਉੱਚਾ ਦੱਸ ਕੇ ਆਪਣਿਆਂ ਤੇ ਉੱਤੇ ਜ਼ੁਲਮ ਕੀਤਾ। ਸੇਮ ਇਸੇ ਤਰ੍ਹਾਂ ਸਾਡੇ ਨਾਲ ਵਾਪਰਿਆ। ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਨੂੰ ਬਰਾਬਰ ਖੜਾ ਕੀਤਾ ਸੀ, ਪਰ ਜਾਤੀਵਾਦ ਹੁਣ ਸਾਡੇ ਵਿੱਚ ਵੀ ਸਮਾਜ ਦੇ ਵਿੱਚ ਉਸੇ ਤਰ੍ਹਾਂ ਹੀ ਹੈ। ਤੇ ਗੁਰਦੁਆਰੇ ਨੇ ਜਾਤੀਵਾਦ ਦੇ ਨਾਂ ਦੇ ਉੱਤੇ, ਤੇ ਬੰਦੇ ਅੰਦਰੋਂ ਜਿਹੜਾ ਤੁਸੀਂ ਕਿਸੇ ਨਾਲ ਵੀ ਡਾਇਲੋਗ ਗੱਲ ਕਰਕੇ ਵੇਖੋ ਤੇ ਤੁਹਾਨੂੰ ਲੱਗਦਾ ਵੀ ਜਾਤੀਵਾਦ ਜਿਹੜੀ ਗੁਰੂ ਸਾਹਿਬ ਨੇ ਖਤਮ ਕੀਤੀ ਹੈ। ਪਰ ਸਿੱਖਾਂ ਦੇ ਵਿੱਚੋਂ ਅੱਜ ਕੱਲ੍ਹ ਦੇ ਸਿੱਖ ਜਿਹੜੇ ਬਿਲੀਵ ਕਰਦੇ ਨੇ ਕਾਸਟਿਸਟ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ ਜਿਹੜਾ ਸ਼ਬਦ ਹੈ ਨਾ, ਨਾਨਕ ਨਾਮੈ ਬਾਸ ਸਨਾਤ, ਨਾਮ ਤੋਂ ਬਿਨਾਂ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਵਿੱਚ ਉਹਦੀਆਂ ਨਜ਼ਰਾਂ ਦੇ ਵਿੱਚ ਇੱਜ਼ਤ ਨਹੀਂ ਹੈ। ਨਾ ਪਾਤੀ ਉਹਦੀ ਕੋਈ ਕੁੱਲ ਨਹੀਂ ਹੈ। ਨਾਮ ਲੀਨ, ਉਹਦਾ ਕੋਈ ਨਾਂ ਨਹੀਂ ਲੈਂਦਾ। ਜਿਵੇਂ ਬਾਬਾ
ਕਬੀਰ ਜੀ ਕਹਿੰਦੇ ਨੇ ਸਾਕਤ ਬੱਪੜਾ ਮਰ ਗਿਆ ਕੋਈ ਨਾ ਲਹਿ ਨਾ। ਹੁਣ ਜਿਵੇਂ ਹਿਟਲਰ ਵਰਗੇ ਨੇ, ਚੰਗੇਜ਼ ਖਾਂ ਵਰਗੇ ਨੇ, ਜਾਂ ਪੰਜਾਬ ਦੀ ਧਰਤੀ ਤੇ ਤੁਸੀਂ ਵੇਖੋ ਭਾਵੇਂ ਇਸ਼ਕ ਮਜ਼ਾਜੀ ਦੇ ਵਿੱਚ ਫਸੇ ਹੋਏ ਲੋਕ ਹੀਰ ਰਾਂਝੇ ਇਸ ਕਿਸਮ ਦੇ ਕਰੈਕਟਰ ਸਨ, ਭਾਵੇਂ ਔਰੰਗਜ਼ੇਬ ਵਰਗੇ ਜ਼ੁਲਮ ਨੇ। ਅੱਜ ਕੋਈ ਆਪਣੇ ਬੱਚੇ ਦਾ ਨਾਂ ਤੇ ਨਹੀਂ ਉਸ ਤਰ੍ਹਾਂ ਦਾ ਰੱਖਦਾ ਨਾ ਵੀ ਇਸ ਤਰ੍ਹਾਂ ਦਾ ਜਿਹੜਾ ਮੈਂ ਆਪਣੇ ਬੱਚੇ ਦਾ ਨਾਂ ਔਰੰਗਜ਼ੇਬ ਰੱਖਣ ਲੱਗਾ ਜਾਂ ਫਲਾਣਾ। ਜਿਹੜਾ ਉਹਦਾ ਕਾਰਨ ਹੈ ਕਿ ਅਸਲ ਦੇ ਵਿੱਚ ਉਸ ਕਰੈਕਟਰ ਨੂੰ ਜਿਹਨੇ ਇੰਨੀ ਦੁਨੀਆ ਨੂੰ ਤਬਾਹ ਕੀਤੀ, ਜ਼ੁਲਮ ਕੀਤਾ, ਰਹਿੰਦੀ ਦੁਨੀਆ ਤੱਕ ਲੋਕ ਲਾਹਨਤਾਂ ਪਾਉਂਦੇ ਰਹਿੰਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਨਾਂ ਨਹੀਂ ਲਿੱਤਾ ਜਾਂਦਾ। ਸਭ ਦੁੱਖ ਸਿਖਾਈ ਗੁਨਾਹ ਬੀਨ। ਫਿਰ ਇਹਦਾ ਮਤਲਬ ਇਹ ਨਹੀਂ ਵੀ ਵਿਕਾਰਾਂ ਨਾਲੋਂ ਆਪ ਬੜੇ ਸੌਖੇ ਨੇ, ਉਹ ਮੈਂਟਲੀ ਸਿੱਖ ਤੇ ਜ਼ਰੂਰ ਹੋ ਸਕਦੇ ਨੇ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਤੋਂ ਬਿਨਾਂ ਸੱਚ, ਸੰਤੋਖ, ਦਇਆ, ਧਰਮ, ਪਰਉਪਕਾਰ, ਨੇਕੀ, ਅਲਟਰੂਇਜ਼ਮ ਜੋ ਕੁਝ ਗੁਰੂ ਸਾਹਿਬ ਜੀ ਨੇ ਸਾਨੂੰ